ਸਿੰਘੂ ਬਾਰਡਰ ਤੇ ਕਿਸਾਨ ਅੰਦੋਲਨ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਖਣ ਨੂੰ ਮਿਲ ਰਿਹਾ। ਇਸ ਵਕਤ ਅਸੀਂ ਤੁਹਾਨੂੰ ਸਿੰਘੂ ਬਾਰਡਰ ਤੋਂ ਤਸਵੀਰਾਂ ਦਿਖਾਵਾਂਗੇ। ਸਿੱਖ ਸਿਕਲੀਗਰ ਭਾਈਚਾਰਾ ਵੀ ਪਹੁੰਚ ਚੁੱਕਾ ਹੈ ਕਿਸਾਨਾਂ ਦੇ ਸਮਰਥਨ ਦੇ ਵਿੱਚ। ਇਹ ਉਹ ਭਾਈਚਾਰਾ ਜਦੋਂ 6ਵੇਂ ਪਾਤਸ਼ਾਹ ਨੇ ਜੰਗਾਂ ਲੜਨੀਆਂ ਸਨ, ਜਦੋਂ ਹਕੂਮਤ ਦੇ ਖਿਲਾਫ ਜੰਗ ਲੜਨੀ ਸੀ ਤਾਂ ਸਿੱਖ ਸਿਕਲੀਗਰ ਭਾਈਚਾਰੇ ਨੇ ਹਥਿਆਰ ਬਣਾਉਣ ਦਾ ਕੰਮ ਕੀਤਾ। ਸਿੱਖ ਸਿਕਲੀਗਰ ਭਾਈਚਾਰੇ ਨੇ ਹਥਿਆਰ ਬਣਾ ਕੇ ਦਿੱਤੇ 6ਵੇਂ ਪਾਤਸ਼ਾਹ ਨੂੰ, ਜਿਸ ਦੇ ਨਾਲ ਉਹਨਾਂ ਨੇ ਬਹੁਤ ਸਾਰੀਆਂ तमाम ਜੰਗਾਂ ਜਿੱਤੀਆਂ, जिस तो बहुत कुछ निकल के आया और लोगों के लिए इंसाफ का मैदान तैयार होया, जिस दे विच बहुत सारिया चीज़ां ने जिहड़ियां लोकां नूं मिलियां। उस दे विचों एक आज़ादी नाल जिउण दा, साह लैण दा राह भी खुलिया। गुरु साहिबान जदों इन्हां भाईचारिਆਂ ਨੂੰ अपने कलावे च लैंदे ने ਤਾਂ ਇਹਨਾਂ ਦੇ ਨਾਲ ਮਿਲ ਕੇ ਉਹ ਜਿੱਤ ਪ੍ਰਾਪਤ ਕਰਦੇ ਨੇ। ਔਰ ਸਿੰਘੂ ਬਾਰਡਰ ਤੇ ਇਹ ਜੱਥਾ ਅੱਜ ਆਇਆ ਸਿੱਖ ਸਿਕਲੀਗਰ ਭਾਈਚਾਰੇ ਦੇ ਨਾਲ। ਅਸੀਂ ਗੱਲਬਾਤ ਕਰਾਂਗੇ ਕਿ ਉਸ ਵੇਲੇ ਜੇ 6ਵੇਂ ਪਾਤਸ਼ਾਹ ਨੂੰ ਹਥਿਆਰ ਬਣਾ ਕੇ ਜਿਤਾ ਸਕਦੇ ਆ ਤੇ ਅੱਜ ਜੇ ਕਿਸਾਨਾਂ ਨਾਲ ਖੜ ਗਿਆ ਤਾਂ ਇਹਨਾਂ ਨੇ ਵੀ ਜਿੱਤ ਦੇ ਲਈ ਸਮਰਥਨ ਦੇਣ ਲਈ ਪਹੁੰਚਿਆ। ਮੈਂ ਗੱਲ ਕਰਦਾ ਸਭ ਤੋਂ ਪਹਿਲਾਂ ਬਾਈ ਜੀ, ਸਭ ਤੋਂ ਪਹਿਲਾਂ ਜਾਣਕਾਰੀ ਇਹ ਦਿਓ ਕਿ ਕਿੱਥੋਂ ਕਿੱਥੋਂ ਜੱਥਾ ਆਇਆ ਔਰ ਕਿੰਨੇ ਜਣੇ ਆਏ ਹੋ ਜੱਥੇ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਤੁਹਾਨੂੰ ਕਿਤੇ ਬਾਰੇ ਨਹੀਂ ਦੱਸਾਂਗਾ। ਮੈਂ ਜਿਹੜੀਆਂ ਸਾਡੀਆਂ ਪੰਜਾਬ ਦੀਆਂ 3 ਜਥੇਬੰਦੀਆਂ ਸੀ, ਉਹ ਜਥੇਬੰਦੀ ਨੂੰ ਛੱਡ ਕੇ ਅੱਜ ਇੱਕ ਸਮੁੱਚਾ ਸਿਕਲੀਗਰ ਭਾਈਚਾਰੇ ਦਾ ਸੰਦੇਸ਼ਾ ਲੈ ਕੇ ਆਏ ਆ। ਇਹ ਜਿੰਨੇ ਵੀ ਇੱਥੇ ਵੀਰ ਖੜੇ ਨੇ ਇਹ ਸਾਰੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਆਗੂਕਾਰ ਨੇ। 50 ਬੰਦਿਆਂ ਦਾ ਸਾਡਾ ਜੱਥਾ ਆ। ਅੱਜ ਅਸੀਂ ਮੈਸੇਜ ਉਹ ਲੈ ਕੇ ਆਏ ਆ ਜਦੋਂ 6ਵੇਂ ਪਾਤਸ਼ਾਹ ਜੀ ਨੇ ਸਾਡੇ ਸ਼ਸਤਰ ਬਣਾਏ ਸੀ। ਅਸੀਂ ਉਸ ਸਮੇਂ ਦੇ ਵਿੱਚੋਂ ਅਸੀਂ ਜੰਗਾਂ ਜਿੱਤਦੇ ਆਏ ਆ ਤੇ ਜੰਗ ਜਿੱਤਦੇ ਰਹੇ ਆ। ਤੇ ਅੱਜ ਇੱਕ ਇਹ ਵੀ ਜੰਗ ਆ, ਕਿਸਾਨਾਂ ਦੀ ਜੰਗ ਆ, ਕਿਉਂਕਿ ਇਹਦੇ ਵਿੱਚ ਜ਼ਰੂਰੀ ਨਹੀਂ ਕਿਸਾਨ, ਹਰੇਕ ਤਰ੍ਹਾਂ ਦਾ ਲੋਕ ਇਹਦੇ ਵਿੱਚ ਜਿਹੜਾ ਇਹਦੇ ਵਿੱਚ ਲਪੇਟ ਚ ਆ ਗਿਆ ਉਹ ਪਿੱਛੇ ਜਾਣਾ। ਉਹ ਚਾਹੇ ਕਿਸਾਨ ਆ ਜਾਂ ਮਜ਼ਦੂਰ ਆ। ਹੁਣ ਜਿਸ ਹਿਸਾਬ ਨਾਲ ਮੋਦੀ ਸਰਕਾਰ ਦੇਖ ਰਿਹਾ, ਜਹਾਜ਼ਾਂ ਤੇ ਇਹ ਕਬਜ਼ਾ ਕਰ ਗਿਆ, ਟ੍ਰੇਨ ਤੇ ਇਹ ਕਬਜ਼ਾ ਕਰ ਗਿਆ, ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀ ਤੇ ਇਹ ਕਬਜ਼ਾ ਕਰ ਰਿਹਾ ਸੀ। ਆਪਾਂ ਹੂਬਰੂ ਹੋਏ ਕਿੱਦਾਂ ਦਾ ਕੇਸ ਦੇ ਸਕਦੇ ਆ। ਇਹਨਾਂ ਨੇ ਯੂਪੀ ਬਿਹਾਰ ਦੇ ਵਿੱਚ 2006 ਦੇ ਵਿੱਚ ਇਹੀ ਬਿੱਲ ਲਾਗੂ ਕਰ ਰਹੇ ਨੇ ਤੇ ਉੱਪਰੋਂ ਮੋਦੀ ਸਰਕਾਰ ਦਾਅਵਾ ਕਰ ਰਹੀ ਹੈ ਇਹ ਜਿਹੜੇ ਬਿੱਲ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਨੇ। ਤੇ ਅਸੀਂ ਆਪਣੇ ਜ਼ਮੀਨ ਜਿਹੜੇ ਆਪਣੇ ਕਿਸਾਨਾਂ ਦੇ ਪਰਿਵਾਰਾਂ ਦੀਆਂ ਜ਼ਮੀਨਾਂ ਨੇ, ਅਸੀਂ ਉਹਦੇ ਵਿੱਚ ਦੇਖਦੇ ਹਾਂ ਸਾਡੇ ਬਈਏ ਜਿਹੜੇ ਆਪਣੇ ਪਰਿਵਾਰ ਦੇ ਪਰਦੇਸੀ ਪਰਿਵਾਰ ਨੇ ਉਹ ਉੱਥੇ ਆ ਕੇ ਦਿਹਾੜੀਆਂ ਦਾ ਕੰਮ ਕਰ ਰਹੇ ਨੇ। ਫਿਰ ਮੋਦੀ ਸਾਹਿਬ ਨੂੰ ਸਮਝ ਲੈਣਾ ਚਾਹੀਦਾ ਵੀ ਇਹ ਜਿਹੜੀਆਂ ਗੱਪਾਂ ਨੇ ਤੇਰੀਆਂ ਇੱਕ ਬਾਲਾ ਚਿਰ ਨਹੀਂ ਚੱਲਣਗੀਆਂ। ਪਰ ਅੱਜ ਅਸੀਂ ਇੱਕ ਕਿਸਾਨਾਂ ਦੇ ਨਾਲ ਇਸ ਕਰਕੇ ਖੜੇ ਆ ਕਿਉਂਕਿ ਜਿਹੜੀ ਸਾਨੂੰ ਗੁਰੂ ਸਾਹਿਬ ਨੇ ਇੱਕ ਚੀਜ਼ ਦੱਸੀ ਆ ਵੀ ਨਾਮ ਜਪੋ ਵੰਡ ਛਕੋ। ਜੇ ਸਾਨੂੰ ਲੋੜ ਪੈ ਗਈ ਕੁਰਬਾਨੀਆਂ ਦੇਣ ਦੀਆਂ, ਕੁਰਬਾਨੀਆਂ ਵੀ ਦੇਵਾਂਗੇ। ਸ਼ੁਰੂ 'ਚ ਗੱਲ ਕੀਤੀ ਹੈ ਕਿ 6ਵੇਂ ਪਾਤਸ਼ਾਹ ਨੂੰ ਜਦੋਂ ਲੋੜ ਪੈਂਦੀ ਹੈ ਤੁਸੀਂ ਹਥਿਆਰ ਬਣਾ ਕੇ ਦਿੱਤੇ ਤੇ ਜੰਗਾਂ ਨੇ ਜਿਹੜੀਆਂ ਜਿੱਤੀਆਂ ਗਈਆਂ। ਅੱਜ ਵੀ ਇੱਕ ਜੰਗ ਦਾ ਮੈਦਾਨ ਤਿਆਰ ਹੈ। ਅੱਜ ਕਿਸ ਤਰ੍ਹਾਂ ਦੇ ਨਾਲ ਸਿਕਲੀਗਰ ਭਾਈਚਾਰਾ ਜਿਹੜਾ ਸਹਿਯੋਗ ਦੇ ਰਿਹਾ ਕਿਸਾਨ ਅੰਦੋਲਨ? ਦੇਖੋ, ਹਰ ਸਮੇਂ ਦੇ ਵਿੱਚ ਜੰਗ ਦੇ ਹਿਸਾਬ ਨਾਲ ਸ਼ਸਤਰ ਬਦਲ ਜਾਂਦੇ ਨੇ, ਪਰ ਅੱਜ ਸਾਡੇ ਬਾਬੇ ਨਾਨਕ ਨੇ ਇੱਕ ਇਦਾਂ ਦਾ ਸ਼ਸਤਰ ਦਿੱਤਾ, ਉਹ ਆ ਲੰਗਰ ਦਾ ਸ਼ਸਤਰ। ਅੱਜ ਅਸੀਂ ਲੰਗਰ ਦੇ ਨਾਲ ਜੰਗ ਜਿੱਤ ਕੇ ਦਿਖਾਵਾਂਗੇ। ਉਹਦੇ ਲਈ ਅਸੀਂ ਲੰਗਰ ਦੇ ਸ਼ਸਤਰ ਜਿਹੜੇ ਕਰਦਾਂ ਦੇ ਨੇ ਉਹ ਅਸੀਂ ਦੇਣ ਆਏ ਆ। ਔਰ ਧੁਰ ਤੱਕ ਜਿੱਥੇ ਲੰਗਰ ਲੱਗੇ ਨੇ ਅਸੀਂ ਉੱਥੇ ਆ ਦਰਜਣਾ ਫੜਾ ਕੇ ਸੇਵਾ ਦੀ ਕਰਦੇ ਇੱਥੇ ਤੱਕ ਪਹੁੰਚੇ ਆ। ਇਹ ਸਾਡਾ ਸ਼ਸਤਰ ਆ ਅੱਜ ਜਿਹਨੇ ਪੂਰੀ ਦੁਨੀਆ ਨੂੰ ਹਿਲਾਤਾ, ਜਿਹਦੇ ਨਾਲ ਇਹ ਲੰਗਰ ਦੀ ਤਿਆਰੀ ਹੁੰਦੀ ਆ। ਤੇ ਮੋਦੀ ਸਾਹਿਬ ਨੂੰ ਸਮਝ ਲੈਣਾ ਚਾਹੀਦਾ। ਉਹ ਕਹਿ ਰਹੇ ਸੀ ਮੋਦੀ ਸਾਹਿਬ ਵੀ ਇਹ 5-7-10 ਦਿਨਾਂ 'ਚ ਉੱਠ ਜਾਣਗੇ, ਪਰ ਮੈਂ ਆਪਣੇ ਕਿਸਾਨ ਵੀਰਾਂ ਦਾ ਧੰਨਵਾਦ ਕਰਦਾ। ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਅਸੀਂ 6 ਮਹੀਨੇ ਦਾ ਰਾਸ਼ਨ ਲੈ ਕੇ ਚੱਲੇ ਆ, ਤਾਂ ਪਰ ਉਹਨੂੰ ਮੋਦੀ ਸਾਹਿਬ ਕਹਿ ਰਹੇ ਨੇ ਵੀ ਉੱਠ ਜਾਣਗੇ ਜਾਂ ਅਸੀਂ ਕਾਨੂੰਨ ਨਹੀਂ ਰੱਦ ਕਰਾਂਗੇ। ਮੈਂ ਉਹਨਾਂ ਨੂੰ ਦੱਸ ਦੇਣਾ ਚਾਹੀਦਾ ਸਿਰਫ 1 ਮਹੀਨੇ ਦੇ ਵਿੱਚ ਇੱਥੇ 2 ਸਾਲ ਦਾ ਰਾਸ਼ਨ ਆ ਗਿਆ। ਤੂੰ ਸਾਨੂੰ ਸਦੀਆਂ ਵੀ ਬਿਠਾ ਲੇਗਾ, ਅਸੀਂ ਬੈਠ ਜਾਾਂਗੇ ਉਰੇ। ਇਹ ਤੁਸੀਂ ਦੇਖ ਸਕਦੇ ਹੋ ਕਿ ਸਿੱਖ ਸਿਕਲੀਗਰ ਭਾਈਚਾਰਾ ਕਿਸਾਨਾਂ ਦੀ ਹਮਾਇਤ ਲਈ ਪਹੁੰਚਿਆ ਜੱਥਾ ਲੈ ਕੇ। ਅਸੀਂ ਗੱਲ ਕਰਦੇ ਹਾਂ ਬਾਈ ਜੀ, ਤੁਸੀਂ ਕਿਹੜੇ ਜ਼ਿਲ੍ਹੇ ਤੋਂ ਆਏ ਹੋ ਔਰ ਕਿਵੇਂ ਦੇਖਦੇ ਹੋ ਇਹ ਸਾਰੀ ਜੰਗ ਨੂੰ ਜਿਹੜੀ ਅੱਜ ਚੱਲ ਰਹੀ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਮੋਹਾਲੀ ਜ਼ਿਲ੍ਹੇ ਤੋਂ ਆਏ ਹਾਂ ਜੀ। ਲਾਭ ਸਿੰਘ ਮੇਰਾ ਨਾਮ ਆ ਔਰ ਇੱਕ ਸਿਕਲੀਗਰ ਭਾਈਚਾਰੇ ਦੀ ਬਈ ਸਾਡੀ ਜਥੇਬੰਦੀ ਅਲਾਗਾ, ਭਾਈ ਮਿਥੁਨ ਸਿੰਘ ਜੀ ਦੀ ਅਲਾਗਾ, ਭਾਈ ਜ਼ਿਲ੍ਹਾ ਸਿੰਘ ਜੀ ਦੇ ਲਾਗਾ। ਚਾਹੇ ਅਸੀਂ ਰਾਜਨੀਤਿਕ ਤੌਰ ਤੇ ਅਲੱਗ-ਅਲੱਗ ਹਾਂ, ਲੇਕਿਨ ਅੱਜ ਜਿਹੜੀ ਕਿਸਾਨਾਂ ਦਾ ਅੰਦੋਲਨ ਜਿਹੜਾ ਹੋ ਰਿਹਾ ਇਹਦੇ ਅਸੀਂ ਇੱਕ ਹੋ ਕੇ ਕਿਸਾਨ ਅੰਦੋਲਨ ਨੇ ਸਾਰਿਆਂ ਨੂੰ ਇੱਕ ਕਰਤਾ। ਹਾਂ, ਅਸੀਂ ਇਸ ਮੋਦੀ ਨੂੰ ਵਧਾਈ ਵੀ ਦਿੰਦੇ ਆ ਵੀ ਜਿਹੜੇ ਅਸੀਂ ਪਹਿਲਾਂ ਇਕੱਲੇ ਸੀਗੇ ਉਹ ਸਾਡੀ ਸਾਰਿਆਂ ਦੀ ਮੀਟਿੰਗ ਹੋਈ, ਕਿਉਂਕਿ
ਮੇਰੇ ਭਾਈ ਸਾਹਿਬ ਬਤਾ ਕੇ ਹਟੇ ਆ ਵੀ ਸਾਡੇ ਬਜ਼ੁਰਗਾਂ ਦਾ ਕੰਮ ਹਥਿਆਰ ਬਣਾਉਣਾ ਸੀਗਾ। ਜਿਸ ਟਾਈਮ ਸਾਡੀ ਕੌਮ ਨੂੰ ਹਥਿਆਰਾਂ ਦੀ ਲੋੜ ਪਈ ਸੀ, ਸਾਡੇ ਸਿਕਲੀਗਰ ਭਾਈਆਂ ਨੇ, ਸਾਡੇ ਬਜ਼ੁਰਗਾਂ ਨੇ ਹਥਿਆਰ ਬਣਾ ਕੇ ਤੋਪਾਂ ਤੱਕਰ, ਬੰਦੂਕਾਂ, ਤੋਪਾਂ, ਢਾਲਾਂ ਤੱਕ 6ਵੇਂ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕਰ ਹਥਿਆਰ ਬਣਾ ਕੇ ਦਿੱਤੇ ਆ। ਪਰ ਅੱਜ ਵੀ ਅਸੀਂ ਇੱਕ ਹਥਿਆਰ ਲੈ ਕੇ ਆਏ ਆ। ਮੈਂ ਅੱਜ ਕਹਿ ਰਿਹਾ, ਅੱਜ ਜੋ ਹਥਿਆਰ ਨਾਲ ਅਸੀਂ ਸਾਡੇ ਅੰਦੋਲਨ ਦੀ ਹਮਾਇਤ ਕਰਨੀ ਆ, ਉਹ ਕਿਹੜਾ ਹਥਿਆਰ ਆ? ਉਹ ਆਪ ਜੀ ਦਾ ਜਿਹੜਾ ਵੀ ਨਾ ਮੀਡੀਆ ਵਾਲਾ ਹਥਿਆਰ ਆ। ਇਹ ਜਿਹੜਾ ਅੱਜ ਦਾ ਹਥਿਆਰ ਆ, ਇਹ ਹੈਗਾ ਵੀ ਮੀਡੀਆ ਦਾ, ਸੋਸ਼ਲ ਮੀਡੀਆ ਦਾ। ਅਸੀਂ ਚਾਹੇ ਭਾਰਤ ਸਰਕਾਰ ਨੇ ਦੂਜੇ ਹਥਿਆਰ ਬਣਾਉਣ ਤੇ ਸਾਡੇ ਸਿਕਲੀਗਰ ਭਾਈਚਾਰੇ ਤੇ ਰੋਕ ਲਾਈ ਹੋਈ ਆ, ਲੇਕਿਨ ਇਹ ਜਿਹੜਾ ਮੀਡੀਆ ਦਾ ਹਥਿਆਰ ਆ, ਇਹ ਸਾਡਾ ਸਿਕਲੀਗਰ ਭਾਈਚਾਰਾ ਇਸਤੇਮਾਲ ਹਥਿਆਰ ਵਜੋਂ ਵਰਤਣੀ ਹੋਵੇ ਤਾਂ ਕਲਮ ਵੀ ਵਰਤੀ ਜਾ ਸਕਦੀ ਹੈ। ਹਥਿਆਰ ਵਜੋਂ ਜਿਹੜੀ ਕਲਮ ਆ ਉਹਨੂੰ ਹੋਰ ਗੱਲ ਆ, ਲੇਕਿਨ ਵੀਰੋ ਜਿਹੜਾ ਤੁਸੀਂ ਸਾਡੀ ਇਸ ਗੱਲ ਨੂੰ ਪੂਰੇ ਵਰਲਡ 'ਚ ਪਹੁੰਚਾਓਗੇ, ਇੰਡੀਆ ਦੀ ਗੱਲ ਨਹੀਂ ਹੈ। ਅਸੀਂ ਗੱਲ ਕਰ ਰਹੇ ਹਾਂ ਸਿੱਖ ਸਿਕਲੀਗਰ ਭਾਈਚਾਰਾ ਹੈ, ਉਹਨਾਂ ਨਾਲ ਗੱਲ ਕਰ ਰਹੇ ਹਾਂ ਕਿ ਉਹ ਕਿਸ ਤਰ੍ਹਾਂ ਦਾ ਸਹਿਯੋਗ ਦੇ ਰਹੇ ਨੇ। ਨੌਜਵਾਨ ਵੀ ਆਏ ਆ ਇਸ ਜਥੇ ਦੇ ਵਿੱਚ, ਉਹਨਾਂ ਨਾਲ ਗੱਲ ਕਰਦੇ ਆ। ਤੁਸੀਂ ਮਹਿਸੂਸ ਕੀ ਕਰਦੇ ਹੋ? ਕਦੋਂ ਦੀ ਜੰਗ ਚੱਲ ਰਹੀ ਆ, ਜੰਗ ਦੇ ਵਿੱਚੋਂ ਕਿਹੜੀ ਚੀਜ਼ ਨਜ਼ਰ ਆਉਂਦੀ ਆ ਉਮੀਦ ਭਰੀ ਆ ਤੇ ਜਿਹੜੀ ਸਾਨੂੰ ਬਹੁਤ ਕੁਝ ਦੇ ਕੇ ਜਾਣ ਵਾਲੀ ਆ? ਦੇਖੋ ਜੀ, ਉਮੀਦ ਭਰੀ ਇਹੀ ਆ ਗੱਲ, ਏਕਤਾ ਜਿਹੜੀ ਪੰਜਾਬ ਦੇ ਵਿੱਚ ਅੱਜ ਦੇਖਣ ਨੂੰ ਮਿਲ ਰਹੀ ਆ, ਉਹ ਬਹੁਤ ਚੰਗੀ ਗੱਲ ਆ। ਦੇਖੋ, ਮੋਦੀ ਨੂੰ ਇੱਕ ਸਾਫ਼ ਜੀ ਗੱਲ ਨਹੀਂ ਸਮਝ ਆ ਰਹੀ, ਜਿਹਦੇ ਵਾਸਤੇ ਉਹਨੇ ਕਾਨੂੰਨ ਬਣਾਏ ਆ। ਜਦ ਉਹਨਾਂ ਨੂੰ ਹੀ ਨਹੀਂ ਇਹ ਚੰਗੇ ਲੱਗ ਰਹੇ ਤਾਂ ਇਹਨਾਂ ਨੂੰ ਰੱਦ ਉਹ ਕਿਉਂ ਨਹੀਂ ਕਰ ਰਿਹਾ? ਸਿਰਫ ਇੰਨੀ ਗੱਲ ਹੀ ਨਹੀਂ ਮੋਦੀ ਨੂੰ ਸਮਝ ਆ ਰਹੀ, ਬੜਾ ਨਾ ਸਮਝ ਆ ਜੀ ਮੋਦੀ। ਸਿੱਖ ਨੌਜਵਾਨ ਤੁਸੀਂ ਦੇਖ ਸਕਦੇ ਹੋ ਇਸ ਜਥੇ ਦੇ ਵਿੱਚ ਆਏ ਨੇ। ਸਿਕਲੀਗਰ ਭਾਈਚਾਰੇ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਇਸ ਕਰਕੇ ਕਿਉਂਕਿ ਇੱਕ ਸਮਾਂ ਸੀ ਜਦੋਂ ਗੁਰੂ ਸਾਹਿਬਾਨ ਹਥਿਆਰ ਵਰਤੇ ਸੀ, ਇਹਨਾਂ ਦੇ ਕਿਰਤ ਕੀਤੀ ਹੋਈ ਦੇ ਹੱਥਾਂ ਦੇ ਬਣਾਏ ਔਰ ਜੰਗਾਂ ਜਿੱਤੀਆਂ ਗਈਆਂ। ਭਾਈ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ? ਇਸ ਮੋਰਚੇ ਵਿੱਚ ਕੀ ਦੇਖਿਆ ਤੁਸੀਂ ਕਿ ਜਿਹੜੀ ਚੀਜ਼ ਹੈ ਬਹੁਤ ਕੁਝ ਦੇਣ ਵਾਲੀ ਆ ਆਉਣ ਵਾਲੇ ਸਮੇਂ 'ਚ? ਬਿਲਕੁਲ ਜੀ, ਬਿਲਕੁਲ। ਦੇਖੋ ਜੀ, ਏਕਤਾ ਦੇਖੋ ਕਿੰਨੀ ਏਕਤਾ ਹੋਈ ਇਸ ਮੋਰਚੇ ਦੇ ਵਿੱਚ। ਸਾਰੀਆਂ ਹੀ ਜਥੇਬੰਦੀਆਂ ਕਿਸਾਨ ਭਰਾਵਾਂ ਨਾਲ ਖੜੀਆਂ ਨੇ ਜੀ। ਜਿਵੇਂ ਹੁਣ ਸਾਡੀ ਸਿਕਲੀਗਰ ਬਰਾਦਰੀ ਦੀ ਜਥੇਬੰਦੀਆਂ ਸਾਰੀਆਂ ਹੀ ਅਸੀਂ ਪੰਜਾਬ ਤੋਂ ਇਕੱਠੇ ਹੋ ਕੇ ਉਰੇ ਆਏ ਹਾਂ ਜੀ। ਅਸੀਂ 2 ਦਿਨ ਹੋ ਗਏ ਸਾਨੂੰ ਉਰੇ ਕਿਸਾਨਾਂ ਦੇ ਸਾਥ ਨਾਲ, ਤੇ ਉਸੇ ਅਸੀਂ ਦੇਖ ਰਹੇ ਹਾਂ ਜੀ। ਹੋਰ ਵੀ ਦੇਖੋ ਜੀ ਕਿੰਨੇ ਹੀ ਹਜ਼ਾਰਾਂ ਹੀ ਲੰਗਰ ਲੱਗੇ ਪਏ ਆ ਕਿਸਾਨਾਂ ਦੇ ਨਾਲ ਤੇ ਕਿਸਾਨ ਜਥੇਬੰਦੀਆਂ ਦੇ ਨਾਲ। ਦੇਖੋ ਜੀ, ਹੁਣ ਇੱਕ ਲੋਕ ਲਹਿਰ ਬਣ ਗਈ ਹੈ ਜੀ। ਹਰ ਇੱਕ ਬਰਾਦਰੀ ਦਾ ਲੋਕ, ਹਰ ਇੱਕ ਜਥੇਬੰਦੀ ਦਾ ਲੋਕ ਕਿਸਾਨਾਂ ਦੇ ਨਾਲ ਖੜਿਆ ਹੈ ਜੀ। ਦੇਖੋ ਜੀ, ਹੁਣ ਇਕੱਲੇ ਸੰਘਰਸ਼ ਕਿਸਾਨਾਂ ਦਾ ਨਹੀਂ ਰਿਹਾ ਹੈ, ਪੂਰੇ ਭਾਰਤ ਦਾ ਸੰਘਰਸ਼ ਹੋ ਗਿਆ ਹੈ ਜੀ। ਇਹਦੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਯੂਪੀ ਸਾਰਿਆਂ ਦੇ ਕਿਸਾਨ ਜਥੇਬੰਦੀਆਂ, ਹੋਰ ਮੇਰੇ ਭਰਾ ਦੂਰ ਜਿਹੜੇ ਕਿਸਾਨ ਨਹੀਂ ਵੀ ਹਨ, ਉਹ ਵੀ ਜਥੇਬੰਦੀਆਂ, ਉਹ ਵੀ ਮਜ਼ਦੂਰ ਆ ਜਿਹੜੇ, ਉਹ ਵੀ ਕਿਸਾਨਾਂ ਦੇ ਨਾਲ ਆਏ ਹੋਏ ਆ ਜੀ ਸਾਰੇ ਹੀ ਉਰੇ। ਤਕਰੀਬਨ ਇੱਕ ਲੋਕ ਲਹਿਰ ਬਣ ਗਈ ਹੈ ਜੀ। ਮੇਰੇ ਹਿਸਾਬ ਨਾਲ ਹੁਣ ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ ਆ ਜੀ, ਅਰੇ ਹੋ ਕੇ ਰਹਿਣਗੇ ਜੀ। ਕਾਲੇ ਕਾਨੂੰਨਾਂ ਦੀਆਂ ਤਖਤੀਆਂ ਵੀ, ਪੋਸਟਰ ਵੀ ਇਹਨਾਂ ਦੇ ਹੱਥ ਵਿੱਚ ਦੇਖ ਸਕਦੇ ਹੋ। ਬਾਈ ਜੀ, ਤੁਸੀਂ ਇੱਕ ਨੌਜਵਾਨ ਹੋਣ ਦੇ ਨਾਤੇ ਨੌਜਵਾਨੀ ਨੂੰ ਸੁਨੇਹਾ ਕੀ ਦੇਣਾ ਚਾਹੋਗੇ ਜਿਹੜੇ ਜਥੇ ਦੇ ਜ਼ਰੀਏ ਤੁਸੀਂ ਇੱਥੇ ਆਪਣੀ ਗੱਲ ਕਹਿਣ ਆਏ ਹੋ ਕਿ ਕਾਲੇ ਕਾਨੂੰਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਕਾਲੇ ਕਾਨੂੰਨ ਨੇ, ਸਾਨੂੰ ਨਹੀਂ ਚਾਹੀਦੇ, ਇਸ ਦਾ ਵਿਰੋਧ ਕਰ ਰਹੇ ਹੋ ਤੁਸੀਂ। ਇਹ ਕਾਲੇ ਕਾਨੂੰਨ ਨੇ ਤੇ ਇਸ ਦੇ ਜ਼ਰੀਏ ਤੁਸੀਂ ਜਿਹੜੀ ਆਪਣੀ ਆਵਾਜ਼ ਰੱਖਣ ਆਏ ਹੋ, ਨੌਜਵਾਨੀ ਨੂੰ ਸੁਨੇਹਾ ਕੀ ਦੇਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੌਜਵਾਨ ਵੀਰਾਂ ਨੂੰ ਮੇਰਾ ਤਾਂ ਇਹੀ ਸੁਨੇਹਾ ਹੈਗਾ ਵੀ ਅੱਜ ਏਕਤਾ ਦੀ ਲੋੜ ਆ, ਅੱਜ ਇਕੱਠੇ ਹੋਣ ਦੀ ਲੋੜ ਆ। ਜੇ ਸਰਕਾਰ ਦੇ ਉੱਪਰ ਦਬਾਅ ਪਾਉਣਾ ਤਾਂ ਹਰੇਕ ਬੰਦੇ ਨੂੰ, ਇੱਥੇ ਹਰੇਕ ਵਰਗ ਨੂੰ ਆਉਣਾ ਚਾਹੀਦਾ। ਇਕੱਲਾ ਕਿਸਾਨੀ ਦਾ ਸੰਘਰਸ਼ ਨਹੀਂ ਹੈਗਾ ਇਹ ਸਾਰਿਆਂ ਦਾ, ਹਰੇਕ ਮੁੱਦੇ ਦਾ, ਹਰੇਕ ਵਰਗ ਦੇ ਲੋਕਾਂ ਦੀ ਗੱਲ ਇੱਥੇ ਚੱਲ ਰਹੀ ਆ। ਹਰੇਕ ਵਰਗ ਦਬ ਜਾਣਾ ਉਰੇ। ਆਹੀ ਆਪਣੀ ਤਾਂ ਬੇਨਤੀ ਆ ਸਾਰੇ ਨੌਜਵਾਨ ਵੀਰਾਂ ਨੂੰ ਵੀ ਇੱਥੇ ਵੱਧ ਤੋਂ ਵੱਧ ਇੱਥੇ ਪਹੁੰਚੋ, ਤਾਂ ਹੀ ਆਪਣੀ ਸਰਕਾਰ ਦੇ ਉੱਤੇ ਦਬਾਅ ਬਣੂਗਾ। ਅਨਪੜ੍ਹ ਪ੍ਰਧਾਨ ਮੰਤਰੀ ਸਾਡੇ ਉੱਤੇ ਬਿਠਾਇਆ ਹੋਇਆ, ਮੇਰੇ ਵਰਗਾ ਬੰਦਾ ਜੇ ਦੇਸ਼ ਚਲਾਊਗਾ ਤਾਂ ਇਹੀ ਹਾਲ ਹੋਣਾ। ਅਨਪੜ੍ਹ ਬੰਦੇ ਨੂੰ ਬਿਠਾਓਗੇ ਤਾਂ ਇਹੀ ਹਾਲ ਹੋਣਾ। ਉਹਨੂੰ ਜੇ ਮੋਦੀ ਨੇ ਹਿਸਟਰੀ ਪੜ੍ਹੀ ਹੁੰਦੀ, ਇਤਿਹਾਸ ਪੜ੍ਹਿਆ ਹੁੰਦਾ ਤਾਂ ਇੰਨਾ ਸਮਾਂ ਨਹੀਂ ਲੱਗਣਾ ਸੀਗਾ ਕਾਨੂੰਨ ਵਾਪਸ ਲੈਣ। ਹਾਂਜੀ, ਇਤਿਹਾਸ ਪੜ੍ਹਨ ਦੀ ਲੋੜ ਹੈ। ਇਹਨਾਂ ਦੀ ਗੱਲ ਹੈ ਕਿ ਜੇਕਰ ਜਿਹੜੀ ਹਕੂਮਤ ਚਲਾਉਣ ਵਾਲੇ ਆ, ਜੇ ਉਹਨਾਂ ਨੇ ਕੁਝ ਪੜ੍ਹਿਆ ਹੋਵੇ, ਕੁਝ ਵਾਚਿਆ ਹੋਵੇ ਤਾਂ ਉਹ ਜਨਤਾ ਦਾ ਭਲਾ ਤਾਂ ਹੀ ਕਰ ਸਕਦੇ ਨੇ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਿੱਖ ਸਿਕਲੀਗਰ ਭਾਈਚਾਰਾ ਜਿਹੜਾ ਆਪਣੇ ਜਥੇ ਦੇ ਨਾਲ ਇੱਥੇ ਪਹੁੰਚਿਆ, ਉਹਨਾਂ ਦੀ ਗੱਲ ਆ ਜਿਹੜੀ ਉਹ ਤੁਹਾਡੇ ਸਾਹਮਣੇ ਰੱਖਣੀ ਇਸ ਕਰਕੇ ਵੀ ਬਣਦੀ ਹੈ ਕਿਉਂਕਿ ਉਹਨਾਂ ਦਾ ਵੀ ਵੱਡਾ ਸਮਰਥਨ ਮਿਲ ਗਿਆ। ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਦੇਖਣਾ ਹੋਵੇਗਾ ਕਿ ਹਕੂਮਤ ਕਿਸਾਨਾਂ ਦੀ, ਮਜ਼ਦੂਰਾਂ ਦੀ ਗੱਲ ਕਦੋਂ ਸੁਣਦੀ ਹੈ। ਕੈਮਰਾਮੈਨ ਰਵੀ ਦੇ ਨਾਲ ਸੰਦੀਪ ਲਾਧੂਕਾ, ਪ੍ਰੋ ਪੰਜਾਬ ਟੀਵੀ, ਸਿੰਘੂ ਬਾਰਡਰ, ਦਿੱਲੀ।